सो बेटा सारे प्यार भरी सत श्री अकाल। हाँ, मेरा नाम हरसिमरनदीप सिंह है और मैं सरकारी स्मार्ट हाई स्कूल नैन कलां डिस्ट्रिक्ट पटियाला में एज अ मैथमेटिक्स टीचर काम कर रहे हैं। बेटा हुण तक असी इस चैप्टर जिसका नाम है पेयर ऑफ लीनियर इक्वेशन इन टू वेरिएबल्स, असी इस दे विच हुण तक स्टडी किया है कि किस तरह सानू जिहड़ियां दो इक्वेशनस दित्तियां होंदियां ने लीनियर इक्वेशनस उन्हां नू असी ग्राफ उपर किवें रिप्रेजेंट करना है। ਹੁਣ जो साडा टारगेट है, जो नैक्सट टाइप साडे कोल क्वेश्चन आने वाले हैं वो क्वेश्चन है ਜਿਹੜੇ ਜ਼ਿਆਦਾਤਰ एग्जाम ਦੇ ਵਿੱਚ 2 ਮਾਰਕਸ ਦੇ ਵਿੱਚ ਪਾਏ ਜਾਂਦੇ ਨੇ ਔਰ ਇਹਨਾਂ ਕੁਐਸਚਨਸ ਨੂੰ 6 ਮਾਰਕ ਦੇ ਕੁਐਸਚਨ ਨਾਲ ਅਟੈਚ ਕਰਕੇ ਵੀ ਪਾ ਦਿੱਤਾ ਜਾਂਦਾ ਹੈ ਸੋ ਦੈਟ ਦੋ ਨੰਬਰਸ ਆਪਾਂ ਨੂੰ ਇਹ ਦਿੰਦੇ ਆ ਔਰ ਬਾਕੀ ਜਿਹੜੇ 4 ਮਾਰਕਸ ਹੈ ਉਹ ਰਿਮੇਨਿੰਗ ਕੁਐਸਚਨਸ ਦਿੰਦੇ ਆ। ਇਹ ਕੁਐਸਚਨ ਕਿਹੜੇ ਨੇ? ਕੁਐਸਚਨ ਨੰਬਰ 2nd ਐਂਡ 3rd ਕੁਐਸਚਨ ਹੈ ਐਕਸਰਸਾਈਜ਼ 3.2 ਦਾ। ਤਾਂ ਆਪਾਂ ਪਹਿਲਾਂ ਸੈਕੰਡ ਕੁਐਸਚਨ ਤੋਂ ਸਟਾਰਟ ਕਰਦੇ ਆ। ਕੁਐਸਚਨ ਕੀ ਹੈ? On comparing the ratio a1 upon a2, b1 upon b2, c1 upon c2, सम दिता हुआ है कि a1 बटा a2, b1 बटा b2 ਤੇ c1 बटा c2 ਇਹਨਾਂ ਨੂੰ ਅਸੀਂ ਆਪਸ ਦੇ ਵਿੱਚ ਕੰਪੇਅਰ ਕਰਨਾ ਹੈ ਔਰ ਇਹ ਦੱਸਣਾ ਹੈ ਕਿ ਜਿਹੜੀਆਂ ਸਾਡੇ ਕੋਲੇ ਦੋ ਇਕੁਏਸ਼ਨਸ ਦਿੱਤੀਆਂ ਹੋਈਆਂ ਨੇ ਉਹ ਕੀ ਇੱਕ ਬਿੰਦੂ ਤੇ ਕੱਟਦੀਆਂ ਹਨ ਜਾਂ ਫਿਰ ਉਹ ਆਪਸ ਦੇ ਵਿੱਚ ਸੰਪਾਤੀ ਹਨ ਜਾਂ ਫਿਰ ਉਹ ਆਪਸ ਦੇ ਵਿੱਚ ਸਮਾਂਤਰ ਹਨ। ਤਾਂ ਆਪਾਂ ਨੂੰ ਕੁਐਸਚਨ ਕੀ ਕੀਤਾ ਜਾ ਰਿਹਾ ਹੈ, ਆਪਾਂ ਨੂੰ ਦੋ ਇਕੁਏਸ਼ਨਸ ਦਿੱਤੀਆਂ ਹੋਣਗੀਆਂ ਉਹਨਾਂ ਨੂੰ ਅਸੀਂ ਉਹਨਾਂ ਦੇ ਵਿੱਚ ਅਸੀਂ a1 ਤੇ a2 ਦੀ ਵੈਲਿਊ ਫਾਈਂਡ ਕਰਾਂਗੇ, b1 ਤੇ b2 ਦੀ ਵੈਲਿਊ ਫਾਈਂਡ ਕਰਾਂਗੇ, c1 ਤੇ c2 ਦੀ ਵੈਲਿਊ ਫਾਈਂਡ ਕਰਾਂਗੇ। ਉਹਨਾਂ ਵੈਲਿਊਜ਼ ਨੂੰ ਅਸੀਂ ਆਪਸ ਵਿੱਚ ਕੰਪੇਅਰ ਕਰਾਂਗੇ ਔਰ ਉਸ ਤੋਂ ਬਾਅਦ ਅਸੀਂ ਡਿਸਾਈਡ ਕਰਕੇ ਦੱਸਾਂਗੇ, ਆਪਣਾ ਡਿਸੀਜਨ ਦਵਾਂਗੇ ਕਿ ਕੀ ਜਿਹੜੀਆਂ ਇਹ ਇਕੁਏਸ਼ਨਸ ਨੇ ਇਹ ਇੱਕ ਬਿੰਦੂ ਤੇ ਕੱਟਦੀਆਂ ਹਨ ਜਾਂ ਇਹ ਸੰਪਾਤੀ ਹਨ ਜਾਂ ਇਹ ਸਮਾਂਤਰ ਹਨ। ਹੁਣ ਇਸ ਦੀ ਪਹਿਲਾਂ ਅਸੀਂ ਐਗਜ਼ਾਮਪਲ ਲੈਨੇ ਆ ਕਿ ਕਿਸ ਤਰ੍ਹਾਂ a1 a2 b1 b2 ਤੇ c1 c2 ਅਸੀਂ ਫਾਈਂਡ ਕਰਨਾ ਹੈ। ਆਪਾਂ 3.2 ਦਾ ਸੈਕੰਡ ਕੁਐਸਚਨ ਦਾ ਫਰਸਟ ਪਾਰਟ ਦੇਖਦੇ ਹਾਂ। ਇਕੁਏਸ਼ਨ ਦਿੱਤੀ ਹੋਈ ਹੈ 5x 4y 8 0। ਇਹ ਸਾਡੇ ਕੋਲ ਹੈ ਇਕੁਏਸ਼ਨ ਨੰਬਰ 1 8 ਹੈ। ਇਹ ਸਾਡੇ ਕੋਲ ਹੈ ਇਕੁਏਸ਼ਨ ਨੰਬਰ 1 ਐਂਡ ਇਕੁਏਸ਼ਨ ਨੰਬਰ ਸੈਕੰਡ ਹੈ 7x 6y 9 is equal to 0। ਇਹ ਹੈ ਸਾਡੇ ਕੋਲੇ ਇਕੁਏਸ਼ਨ ਨੰਬਰ 2। ਹੁਣ ਇਹਨਾਂ ਚ ਅਸੀਂ ਚੈੱਕ ਕੀ ਕਰਨਾ ਹੈ? ਸਭ ਤੋਂ ਪਹਿਲੀ ਗੱਲ a1 ਕੀ ਹੈ, a2 ਕੀ ਹੈ, b1 ਕੀ ਹੈ, b2 ਕੀ ਹੈ, c1 ਕੀ ਹੈ, c2 ਕੀ ਹੈ। ਜਿਵੇਂ ਕਿ ਮੈਂ ਤੁਹਾਨੂੰ ਲਿਖਿਆ ਕਿ ਦੇਖੋ ਆਹ ਵਾਲੀ ਜਿਹੜੀ ਇਕੁਏਸ਼ਨ ਹੈ ਇਹ ਇਕੁਏਸ਼ਨ ਨੰਬਰ 1 ਹੈ। ਇਕੁਏਸ਼ਨ ਨੰਬਰ 1 ਹੈ। ਇਸ ਦੇ ਵਿੱਚ ਜਿਹੜੀ ਚੀਜ਼ x ਦੇ ਨਾਲ ਲੱਗੀ ਹੋਈ ਹੈ, x ਦੇ ਨਾਲ जो कांस्टेंट है उसਨੂੰ ਅਸੀਂ ਕਹਿੰਦੇ ਆ a1। ਜਿਹੜੀ ਚੀਜ਼ y ਦੇ ਨਾਲ ਲੱਗੀ ਹੋਈ ਹੈ, ਹੁਣ y ਨਾਲ ਕੀ ਲੱਗਿਆ ਹੋਇਆ ਹੈ 4, ਬਟ 4 ਅਸੀਂ ਪਹਿਲਾਂ 4 ਨਹੀਂ ਲਵਾਂਗੇ, ਅਸੀਂ ਲਵਾਂਗੇ -4। ਇਹ ਹੈ b1 ਔਰ ਜਿਹੜੀ ਕੱਲੀ ਚੀਜ਼ ਹੈ कांस्टेंट रकम है एक अपने को नजर आ रही इनू ਅਸੀਂ ਕਹਿੰਦੇ ਆ c1। ਤਾਂ ਕਲੀਅਰ ਹੋ ਗਿਆ ਆਈ ਥਿੰਕ। ਜੋ x ਨਾਲ ਲੱਗਿਆ ਹੋਇਆ ਹੈ ਸਾਈਨ ਅਸੀਂ ਨਾਲ ਲੈਣਾ ਹੈ, ਸਾਈਨ ਨਹੀਂ ਛੱਡਣਾ। x ਨਾਲ ਲੱਗਿਆ ਹੋਇਆ ਉਹ a1, y ਨਾਲ ਲੱਗਿਆ ਹੋਇਆ ਉਹ b1 ਔਰ ਜਿਹੜਾ ਕੱਲਾ ਹੈ ਉਹ c1। ਇਹ ਸਾਰੇ a1 b1 c1 ਇਕੁਏਸ਼ਨ ਨੰਬਰ 1 ਦੇ ਪਾਰਟ ਨੇ। ਹੁਣ ਇਕੁਏਸ਼ਨ ਨੰਬਰ 2 ਚ ਇਹੀ ਹੋ ਜਾਣਗੇ। ਜਿਹੜਾ x ਨਾਲ ਲੱਗਿਆ ਹੋਇਆ ਉਹ ਹੋ ਜਾਏਗਾ a2, ਜਿਹੜਾ y ਨਾਲ ਲੱਗਿਆ ਹੋਇਆ ਉਹ ਹੋ ਜਾਏਗਾ +6 ਹੈ ਤਾਂ ਅਸੀਂ ਸਿੰਪਲ 6 ਲੈ ਸਕਦੇ ਹਾਂ b2 ਤੇ ਜਿਹੜਾ ਇਕੱਲਾ ਹੈ ਉਸ ਨੂੰ ਅਸੀਂ ਲਿਖਾਂਗੇ c। ਤਾਂ ਜਦੋਂ ਸਾਨੂੰ ਕਿਸੇ ਵੀ ਇਕੁਏਸ਼ਨ ਚ a1 a2 b1 b2 ਤੇ c1 c2 ਜਦੋਂ ਸਾਨੂੰ ਸੈਟ ਆਫ ਇਕੁਏਸ਼ਨ ਦੇ ਸਾਨੂੰ ਪਤਾ ਲੱਗਣੀਆਂ ਸਟਾਰਟ ਹੋ ਗਈਆਂ ਤਾਂ ਅਸੀਂ ਕੁਝ ਰਿਜ਼ਲਟਸ ਤਿਆਰ ਕਰਾਂਗੇ। ਉਹਨਾਂ ਰਿਜ਼ਲਟਸ ਦੇ ਬੇਸ ਤੇ ਅਸੀਂ ਦੱਸ ਸਕਦੇ ਹਾਂ ਕਿ ਇਹ ਜਿਹੜੀਆਂ ਬਿੰਦੂਆਂ ਨੇ, ਇਹ ਜਿਹੜੀਆਂ ਲੀਨੀਅਰ ਇਕੁਏਸ਼ਨਸ ਨੇ ਇਹ ਇੱਕ ਬਿੰਦੂ ਤੇ ਕੱਟਦੀਆਂ ਨੇ, ਸੰਪਾਤੀ ਨੇ ਜਾਂ ਸਮਾਂਤਰ ਨੇ। देखो किवें करते हैं ਅਸੀਂ। पहली गल ਅਸੀਂ a1 बटा a2 ਦੀ ਵੈਲਿਊ ਨੂੰ
ਕੰਪੇਅਰ ਕਰਨਾ ਹੁੰਦਾ ਹੈ b1 ਬਟਾ b2 ਦੀ ਵੈਲਿਊ ਨਾਲ। b1 ਬਟਾ b2 ਦੀ ਵੈਲਿਊ ਸਭ ਤੋਂ ਪਹਿਲਾ ਸਟੈਪ ਇਹ a1 ਬਟਾ a2 ਨੂੰ ਕੰਪੇਅਰ ਕਰਾਂਗੇ b1 ਬਟਾ b2। ਜੇ ਤਾਂ ਇਹ ਆਪਸ ਚ ਬਰਾਬਰ ਨਹੀਂ ਆਈਆਂ, ਪਹਿਲੇ ਸਟੈਪ ਤੇ ਸਾਡਾ ਡਿਸੀਜਨ ਆ ਜਾਏਗਾ ਕਿ ਜੇ a1 ਬਟਾ a2 ਦਾ ਮੁੱਲ ਤੇ b1 ਬਟਾ b2 ਦਾ ਮੁੱਲ ਆਪਸ ਚ ਬਰਾਬਰ ਨਹੀਂ ਆਇਆ ਤਾਂ ਇਟ ਮੀਨਸ ਅਸੀਂ ਡਿਸੀਜਨ ਦੇ ਸਕਦੇ ਹਾਂ। ਉਹ ਕੀ ਡਿਸੀਜਨ ਹੈ ਕਿ ਇਹ ਇੱਕ ਬਿੰਦੂ ਤੇ ਕੱਟਦੀਆਂ ਹਨ। ਅਸੀਂ ਡਿਸੀਜਨ ਦੇ ਦਾਂਗੇ ਕਿ ਇਹ ਇੱਕ ਬਿੰਦੂ ਤੇ ਕੱਟਦੀਆਂ ਹਨ। ਓਕੇ, ਜਿਵੇਂ ਕਿ ਹੁਣ ਆਪਾਂ ਐਗਜ਼ਾਮਪਲ ਲੈਂਦੇ ਹਾਂ। ਐਗਜ਼ਾਮਪਲ ਦੇ ਵਿੱਚ ਅਸੀਂ ਦੇਖਦੇ ਹਾਂ, ਦੇਖੋ a1 ਦੀ ਵੈਲਿਊ ਕੀ ਹੈ ਇੱਥੇ 5, a2 ਦੀ ਵੈਲਿਊ ਕੀ ਹੈ 7, a1 ਬਟਾ a2 ਹੋ ਗਿਆ 5 ਬਟਾ 7 ਤੇ b1 ਬਟਾ b2 ਕੀ ਹੈ -4, b1 ਦੀ ਵੈਲਿਊ ਹੈ -4, b2 ਦੀ ਵੈਲਿਊ ਕੀ ਹੈ +6। ਤਾਂ ਇਹਦੀ ਮੈਂ ਕਟਿੰਗ ਕਰਦਾ, ਇਹ 2 ਤੇ ਗਿਆ, ਇਹ 3 ਤੇ ਗਿਆ। a1 ਬਟਾ a2 ਹੈ 5 ਬਟਾ 7 ਤੇ b1 ਬਟਾ b2 ਹੈ -2 ਬਟਾ 3। ਇਹ ਆਪਸ ਦੇ ਵਿੱਚ ਬਰਾਬਰ ਨਹੀਂ ਆਈਆਂ। ਇਟ ਮੀਨਸ ਇਹ ਦੋ ਜਿਹੜੀਆਂ ਰੇਖਾਵਾਂ ਨੇ ਇਹ ਕੀ ਕਰਦੀਆਂ ਨੇ, ਇੱਕ ਬਿੰਦੂ ਤੇ ਕੱਟਦੀਆਂ ਹਨ। ਤਾਂ ਸਭ ਤੋਂ ਪਹਿਲਾ ਜੋ ਅਸੀਂ ਰੂਲ ਸਿੱਖਿਆ ਉਹ ਇਹ ਹੈ ਕਿ ਜੇਕਰ ਇੱਥੇ ਮੈਂ ਰੂਲ ਲਿਖ ਲੈਣਾ, a1 ਬਟਾ a2 ਤੇ b1 ਬਟਾ b2 ਆਪਸ ਵਿੱਚ ਬਰਾਬਰ ਨਹੀਂ ਹਨ ਤਾਂ ਆਪਣਾ ਡਿਸੀਜਨ ਪਹਿਲੇ ਪੁਆਇੰਟ ਤੇ ਹੀ ਹੋ ਗਿਆ। ਸਾਨੂੰ c1 ਬਟਾ c2 ਵੱਲ ਜਾਣ ਦੀ ਲੋੜ ਨਹੀਂ। ਤਾਂ ਅਸੀਂ ਕਹਾਂਗੇ ਇਹ ਇਹਨਾਂ ਦਾ ਕੀ ਹੈ, ਇੱਕ ਬਿੰਦੂ ਤੇ ਕੱਟਦੀਆਂ ਹਨ। ਇਹ ਰੇਖਾਵਾਂ ਇੱਕ ਬਿੰਦੂ ਤੇ ਕੱਟਦੀਆਂ ਹਨ। ਪਹਿਲਾ ਰੂਲ ਆਪਣੇ ਕੋਲੇ ਇਹ ਤਿਆਰ। ਸੈਕੰਡ ਰੂਲ, ਮੰਨ ਲਓ ਕੋਈ ਆਪਾਂ ਨੂੰ ਦੋ ਇਕੁਏਸ਼ਨਸ ਦਿੱਤੀਆਂ ਹੋਈਆਂ, ਉਹਨਾਂ ਦੇ ਵਿੱਚ a1 ਬਟਾ a2 ਤੇ b1 ਬਟਾ b2 ਦੀ ਵੈਲਿਊ ਆਪਸ ਵਿੱਚ ਬਰਾਬਰ ਆ ਜਾਂਦੀ ਹੈ। ਦੇਖੋ ਜਦੋਂ ਤੋਂ ਬਰਾਬਰ ਨਹੀਂ ਆਈ ਸੀ ਉਦੋਂ ਅਸੀਂ ਨਾਲ ਦੀ ਨਾਲ ਹੱਲ ਦੇਤਾ ਸੀ ਕਿ ਇੱਕੋ ਬਿੰਦੂ ਤੇ ਕੱਟਦੀਆਂ ਨੇ, ਬਟ ਜਦੋਂ ਬਰਾਬਰ ਆ ਗਈਆਂ ਫਿਰ ਅਸੀਂ ਕੀ ਕਰਾਂਗੇ, ਫਿਰ ਅਸੀਂ ਆਪਣਾ ਡਿਸੀਜਨ ਇਸ ਪੁਆਇੰਟ ਤੇ ਨਹੀਂ ਦੇ ਸਕਦੇ, ਸਾਨੂੰ ਅਗਲੇ ਪੁਆਇੰਟ ਤੱਕ ਜਾਣਾ ਪਏਗਾ। ਸਾਨੂੰ c1 ਤੇ c2 ਨੂੰ ਆਪਸ ਦੇ ਵਿੱਚ ਇਹਨਾਂ ਦੇ ਨਾਲ ਕੰਪੇਅਰ ਕਰਨਾ ਪਏਗਾ। ਤੇ ਜੇਕਰ c1 ਤੇ c2 ਹੁਣ ਜਾਂ ਤਾਂ ਇਹ ਬਰਾਬਰ ਹੋਣਗੀਆਂ, c1 ਤੇ c2 ਦੀ ਵੈਲਿਊ ਜਾਂ ਤਾਂ ਇਹਨਾਂ ਦੇ ਬਰਾਬਰ ਹੋਏਗੀ। ਪਹਿਲੇ ਦੋ ਸਟੈਪ ਅਸੀਂ ਚੈੱਕ ਕਰ ਲਏ, ਇਹ ਬਰਾਬਰ ਆ ਗਏ। ਜਦੋਂ ਬਰਾਬਰ ਆ ਗਏ ਤਾਂ ਅਸੀਂ ਤੀਜੇ ਸਟੈਪ ਤੇ ਜਾਵਾਂਗੇ। ਜੇ ਤੀਜਾ ਸਟੈਪ ਵੀ ਇਸ ਦੇ ਬਰਾਬਰ ਹੋਇਆ, ਤੀਜੀ ਰਕਮ ਦੀ ਜੋ ਵੈਲਿਊ ਹੈ ਉਹ ਵੀ ਇਹਨਾਂ ਦੋਨਾਂ ਦੇ ਬਰਾਬਰ ਹੋਈ ਤਾਂ ਇਟ ਮੀਨਸ ਇਹ ਤਿੰਨੋਂ ਆਪਸ ਵਿੱਚ ਬਰਾਬਰ ਹੋ ਗਈਆਂ। ਤਾਂ ਜੇ ਤਿੰਨੋਂ ਆਪਸ ਵਿੱਚ ਬਰਾਬਰ ਹੋ ਗਈਆਂ ਤਾਂ ਸਾਡਾ 2 ਨੰਬਰ ਰੂਲ ਬਣੇਗਾ, ਉਹ ਹੈ a1 ਬਟਾ a2 ਤੇ ਜੇ b1 ਬਟਾ b2 ਦੇ ਬਰਾਬਰ ਹੈ ਤਾਂ ਅਸੀਂ ਕੰਪੇਅਰ ਕੀਤਾ c1 ਬਟਾ c2 ਨਾਲ, ਇਹ ਵੀ ਬਰਾਬਰ ਆ ਗਈ ਤਾਂ ਸਾਡਾ ਰੂਲ ਕੀ ਤਿਆਰ ਹੋਇਆ, ਇਹ ਰੇਖਾਵਾਂ ਸੰਪਾਤੀ ਹਨ। ਹਰੇਕ ਪੁਆਇੰਟ ਤੇ ਮੈਚ ਕਰਨਗੀਆਂ। ਜਦੋਂ ਅਸੀਂ ਗ੍ਰਾਫ ਡਰਾ ਕਰਾਂਗੇ ਇਸ ਚੀਜ਼ ਦਾ, ਉਹ ਕਿਸ ਤਰ੍ਹਾਂ ਦਾ ਹੋਏਗਾ, ਉਹ ਕੁਝ ਇਸ ਤਰ੍ਹਾਂ ਦਾ ਹੋਏਗਾ। ਲਾਈਕ ਆ ਗ੍ਰਾਫ ਹੈ, ਇੱਕ ਰੇਖਾ ਲੀਨੀਅਰ ਪੇਅਰ ਆਫ ਲੀਨੀਅਰ ਇਕੁਏਸ਼ਨ ਦੇ ਵਿੱਚੋਂ ਇੱਕ ਲਾਈਨ ਆ ਜਾ ਰਹੀ ਹੈ ਔਰ ਦੂਸਰੀ ਲਾਈਨ ਇਸ ਦੇ ਉੱਪਰ ਜਾਏਗੀ। ਇਸ ਨੂੰ ਅਸੀਂ ਕਹਿੰਦੇ ਆ ਸੰਪਾਤੀ ਰੇਖਾਵਾਂ। ਜਿਹੜੀ ਪਹਿਲੀ ਸੀ a1 ਬਟਾ a2 is not equal to b1 ਬਟਾ b2, ਇਸ ਦਾ ਗ੍ਰਾਫ ਕਿਸ ਤਰ੍ਹਾਂ ਬਣਨਾ ਸੀ, ਇਸ ਦਾ ਗ੍ਰਾਫ ਕੁਝ ਇਸ ਤਰ੍ਹਾਂ ਬਣਨਾ ਸੀ। ਅਸੀਂ ਕਹਿੰਦੇ ਇੱਕ ਪੁਆਇੰਟ ਤੇ ਕੱਟਦੀਆਂ ਹਨ, ਇੱਕ ਰੇਖਾ ਇਹ ਹੈ, ਦੂਸਰੀ ਰੇਖਾ ਇਹ ਹੈ, ਇਹ ਇੱਕ ਪੁਆਇੰਟ ਤੇ ਕੱਟਦੀਆਂ। ਇਸ ਨੂੰ ਅਸੀਂ ਕਹਿੰਦੇ ਆ ਇੱਕ ਬਿੰਦੂ ਤੇ ਕੱਟਦੀਆਂ ਹਨ a1 ਬਟਾ a2 ਜਿੱਥੇ b1 ਬਟਾ b2 ਬਰਾਬਰ ਨਹੀਂ ਆਉਂਦਾ। ਤੀਸਰਾ ਰੂਲ ਜੋ ਅਸੀਂ ਤਿਆਰ ਕਰਾਂਗੇ ਉਹ ਇਹ ਹੈ ਕਿ ਜੇਕਰ a1 ਬਟਾ a2 ਤੇ b1 ਬਟਾ b2 ਆਪਸ ਵਿੱਚ ਬਰਾਬਰ ਆ ਗਈ। ਦੁਬਾਰਾ ਤੋਂ ਮੈਂ ਰਿਪੀਟ ਕਰ ਰਿਹਾ, ਪਹਿਲਾਂ ਅਸੀਂ ਕਿਹਾ ਸੀ ਕਿ ਬਰਾਬਰ ਨਹੀਂ ਆਈਆਂ, ਅਸੀਂ ਰੂਲ ਦਿੱਤਾ ਕਿ ਇੱਕ ਬਿੰਦੂ ਤੇ ਕੱਟਦੀਆਂ ਹਨ। ਫਿਰ ਅਸੀਂ ਕਿਹਾ ਕਿ ਬਰਾਬਰ ਆ ਗਈਆਂ। ਜਦੋਂ ਬਰਾਬਰ ਆ ਗਈਆਂ ਅਸੀਂ ਕੋਈ ਡਿਸੀਜਨ ਨਹੀਂ ਦੇ ਸਕਦੇ, ਸਾਨੂੰ ਥਰਡ ਤੇ ਜਾਣਾ ਪਏਗਾ। ਤੇ ਤੀਜੀ ਚੀਜ਼ ਜਾਂ ਤਾਂ ਇਹਦੇ ਬਰਾਬਰ ਹੋਊਗੀ ਜਾਂ ਨਹੀਂ ਹੋਊਗੀ। ਜੇ ਤਾਂ ਬਰਾਬਰ ਹੈ ਫਿਰ ਸੰਪਾਤੀ ਰੇਖਾਵਾਂ ਹਨ। ਤੇ ਜੇ ਤੀਸਰੀ ਚੀਜ਼, ਹੁਣ ਕਿਉਂਕਿ ਪਹਿਲੀਆਂ ਦੋ ਬਰਾਬਰ ਨੇ, ਸਾਨੂੰ ਤੀਸਰੇ ਰੂਲ ਤੇ ਜਾਣਾ ਪਏਗਾ
तीसरा कंपैरिजन सानू करना पड़ेगा। तीसरे कंपैरिजन च यही आएगा कि ये बराबर नहीं है। जेकर ये बराबर नहीं हन, जेकर ये बराबर नहीं हन, लिखा है A1 बटा A2 बराबर है B1 बटा B2 ते C1 बटा C2 के बराबर नहीं हन, ਤਾਂ ਇਹ ਰੇਖਾਵਾਂ ਹੋ ਜਾਣਗੀਆਂ ਸਮਾਂਤਰ। ਸਮਾਂਤਰ ਸਮਾਂਤਰ ਰੇਖਾਵਾਂ ਦਾ ਗ੍ਰਾਫ ਕੁਝ ਇਸ ਤਰ੍ਹਾਂ ਦਾ ਬਣਦਾ ਹੈ। ਇਹ ਸਾਡੇ ਕੋਲੇ x ਐਕਸਿਸ y ਐਕਸਿਸ, ਇੱਕ ਰੇਖਾ ਇਸ ਤਰ੍ਹਾਂ ਜਾ ਰਹੀ ਹੈ, ਦੂਸਰੀ ਰੇਖਾ ਇਸ ਦੇ ਪੈਰਲਲ ਜਾ ਰਹੀ ਹੈ, ਕਿਤੇ ਵੀ ਮੈਚ ਨਹੀਂ ਕਰਨਗੀਆਂ। ਇਹਨਾਂ ਨੂੰ ਅਸੀਂ ਕਹਿੰਦੇ ਆ ਸਮਾਂਤਰ ਰੇਖਾਵਾਂ। ਸੋ ਅਸੀਂ ਤਿੰਨ ਰੂਲਸ ਅਪਲਾਈ ਕਰਾਂਗੇ, ਅਸੀਂ ਕੁਐਸਚਨਸ ਵੀ ਕਰਾਂਗੇ, ਉਹਨਾਂ ਦੇ ਵਿੱਚ ਇਹ ਰੂਲ ਲਗਾਵਾਂਗੇ ਔਰ ਅਸੀਂ ਦੱਸ ਦਾਂਗੇ ਕਿ ਇਹ ਜਿਹੜੀਆਂ ਰੇਖਾਵਾਂ ਨੇ ਇੱਕ ਬਿੰਦੂ ਤੇ ਕੱਟਦੀਆਂ ਨੇ, ਸੰਪਾਤੀ ਹਨ ਜਾਂ ਸਮਾਂਤਰ ਹਨ। ਸੋ ਆਪਾਂ ਕੁਝ ਕੁਐਸਚਨਸ ਕਰਦੇ ਹਾਂ। क्वेश्चन है सेकंड क्वेश्चन दा सेकंड पार्ट, 9x plus 3y plus 12 is equal to 0. 9x plus 3y plus 12 is equal to 0. ये सेकंड क्वेश्चन दा सेकंड पार्ट है एक्सरसाइज 3.2 का। देन सेकंड है 18x plus 6y plus 24. 18x plus 6y plus 24 is equal to 0. ਹੁਣ ਸਾਡੇ ਕੋਲੇ ਇਹ ਦੋ ਇਕੁਏਸ਼ਨਸ ਦਿੱਤੀਆਂ ਹੋਈਆਂ। ਚੈੱਕ ਕੀ ਕਰਨਾ ਸੀ ਕਿ ਇਹ ਇੱਕ ਬਿੰਦੂ ਤੇ ਕੱਟਦੀਆਂ ਹਨ, ਸੰਪਾਤੀ ਹਨ ਜਾਂ ਸਮਾਂਤਰ ਹਨ। ਰੂਲ ਸਾਡੇ ਕੋਲੇ ਲਿਖੇ ਹੋਏ ਆ, ਸਾਨੂੰ ਯਾਦ ਕਰਨੇ ਪੈਣਗੇ। ਤਾਂ ਇਹ ਹੈ ਇਕੁਏਸ਼ਨ ਨੰਬਰ 1 ਔਰ ਇਹ ਹੈ ਇਕੁਏਸ਼ਨ ਨੰਬਰ 2। ਤਾਂ ਜਿਹੜੀ ਇਕੁਏਸ਼ਨ ਨੰਬਰ 1 ਹੈ ਉਸ ਦੀਆਂ ਸਾਰੀਆਂ ਚੀਜ਼ਾਂ A1 B1 ਤੇ C1 ਬਣ ਜਾਣਗੀਆਂ। x ਨਾਲ ਲੱਗੀ ਹੋਈ A1 ਬਣ ਜਾਏਗੀ, y ਨਾਲ ਲੱਗੀ ਹੋਈ B1 ਬਣ ਜਾਏਗੀ और ਜਿਹੜੀ ਸਿੰਗਲ ਕਨਸਟੈਂਟ ਟਰਮ ਹੈ ਉਹ ਬਣ ਜਾਏਗੀ C1। ਐਵੇਂ ਹੀ ਇਹ ਬਣ ਜਾਣਗੀਆਂ ਜਿਹੜੀ ਸੈਕੰਡ ਇਕੁਏਸ਼ਨ ਹੈ, ਇਹ ਬਣ ਜਾਣਗੀਆਂ A2 B2 ਐਂਡ C, A1 B1 C1 A2 B2 C2। कंपैरिजन करते हैं A1 बटा A2, A1 बटा A2, A1 बटा A2 ये है जी 9 बटा 18। A1 की वैल्यू है 9 ਤੇ A2 ਦੀ ਵੈਲਿਊ ਹੈ 18। ਤਾਂ ਆਪਸ ਵਿੱਚ ਅਸੀਂ ਕਟਿੰਗ ਕਰਾਂਗੇ, 9 1s 9 9 2s 18 ਤਾਂ 1/2। A1 ਬਟਾ A2 ਦੀ ਵੈਲਿਊ ਆ ਗਈ 1/2। B1 ਬਟਾ B2, B1 ਦੀ ਵੈਲਿਊ ਹੈ 3 प्लस 3 ਹੈ ਤਾਂ ਕੱਲਾ 3 ਲਿਖ ਸਕਦੇ ਹਾਂ। B2 ਦੀ ਵੈਲਿਊ ਹੈ 6 प्लस 6 ਹੈ ਤਾਂ ਕੱਲਾ 6 ਲਿਖ ਸਕਦੇ ਹਾਂ। ਤਾਂ 3/6 ਕਟਿੰਗ ਕਰਾਂਗੇ, 3 1s 3 3 2s 6 ਤਾਂ ਇਹ ਵੀ आपस से बराबर आ गए। मैं ਤੁਹਾਨੂੰ ਪਹਿਲਾਂ ਕਿਹਾ ਸੀ ਕਿ ਸਭ ਤੋਂ ਪਹਿਲਾ ਸਟੈਪ ਅਸੀਂ ਕਿੱਥੇ ਚੈੱਕ ਕਰਨਾ ਹੈ ਕਿ A1 ਬਟਾ A2 ਤੇ B1 ਬਟਾ B2 ਆਪਸ ਵਿੱਚ ਬਰਾਬਰ ਹਨ ਜਾਂ ਨਹੀਂ। ਇੱਥੇ ਆਪਾਂ ਨੂੰ ਬਰਾਬਰ ਹੈਗੀਆਂ ਨੇ, ਆਪਸ ਵਿੱਚ ਬਰਾਬਰ ਨੇ। ਤਾਂ ਇਸ ਕਰਕੇ ਸਾਨੂੰ ਜਦੋਂ ਬਰਾਬਰ ਆ ਗਈਆਂ, ਦੇਖੋ ਦੋਨੋਂ ਕੰਡੀਸ਼ਨ ਸੇ ਬਰਾਬਰ ਆ ਗਈਆਂ, ਤਾਂ ਸਾਨੂੰ ਅਗਲੇ ਸਟੈਪ ਤੇ ਜਾਣਾ ਪਏਗਾ। ਜੇ ਬਰਾਬਰ ਨਾ ਆਉਂਦੀਆਂ ਫਿਰ ਅਸੀਂ ਕਹਿ ਦਿੰਦੇ ਕਿ ਇੱਕ ਬਿੰਦੂ ਤੇ ਕੱਟਦੀਆਂ ਹਨ, ਬਟ ਸਾਨੂੰ ਇਸ ਕੁਐਸਚਨ ਦੇ ਵਿੱਚ ਨੈਕਸਟ ਸਟੈਪ ਤੇ ਜਾਣਾ ਪਏਗਾ ਔਰ ਉਹ ਸਟੈਪ ਕੀ ਹੈ C1 ਬਟਾ C2। C1 ਦੀ ਵੈਲਿਊ ਹੈ 12, C2 ਦੀ ਵੈਲਿਊ ਹੈ 24 प्लस 12 प्लस 24। आपस से कटिंग करते हैं, 12 एकम 12 12 दूनी 24 ਤਾਂ ਇਹ ਬਣ ਗਿਆ 1/2। ਹੁਣ ਤੁਸੀਂ ਦੇਖੋ A1 ਬਟਾ A2, B1 ਬਟਾ B2 ਤੇ C1 ਬਟਾ C2 ਤਿੰਨਾਂ ਦੀ ਵੈਲਿਊ ਕੀ ਹੈ 1/2 1/2 ਤੇ 1/2। ਤਾਂ ਆਪਾਂ ਲਿਖ ਸਕਦੇ ਹਾਂ A1 ਬਟਾ A2 बराबर है B1 बटा B2, क्योंकि इसकी वैल्यू भी 1/2 है, B1 बटा B2 की वैल्यू भी 1/2 है, C1 बटा C2 की वैल्यू भी 1/2 है। ये तीनों चीज़ां देखो 1/2 बराबर है 1/2 बराबर है 1/2, तीनों आपस ਦੇ ਵਿੱਚ ਬਰਾਬਰ ਹੋ ਗਿਆ। ਤਾਂ ਇਟ ਮੀਨਸ ਕੀ ਹੋਇਆ, ਇਹ ਰੇਖਾਵਾਂ ਕੀ ਨੇ ਸੰਪਾਤੀ, ਇਹ ਰੇਖਾਵਾਂ ਸੰਪਾਤੀ ਹਨ। ਸਾਨੂੰ ਸਾਫ਼ ਤੌਰ ਤੇ ਨਜ਼ਰ ਆ ਗਿਆ। ਤਾਂ ਅਸੀਂ ਕਹਾਂਗੇ ਕਿ ਇਕੁਏਸ਼ਨਸ ਜਿਹੜੀਆਂ ਸਾਨੂੰ ਦੋ ਦਿੱਤੀਆਂ ਹੋਈਆਂ ਨੇ ਇਹ ਆਪਸ ਦੇ ਵਿੱਚ ਹਰੇਕ ਪੁਆਇੰਟ ਤੇ ਮੈਚ ਕਰਦੇ ਨੇ, ਅਸੀਂ ਕਹਿੰਦੇ ਆ ਸੰਪਾਤੀ ਰੇਖਾਵਾਂ। ਇਹ ਰੇਖਾਵਾਂ ਸੰਪਾਤੀ ਹਨ। ਅਗਲੀ ਐਗਜ਼ਾਮਪਲ ਲੈਂਦੇ ਹਾਂ ਇਸੇ ਟਾਈਪ ਦੀ। क्वेश्चन नंबर सेकंड दी द थर्ड पार्ट, 6x minus
3y plus 10 is equal to 0. 2x minus y plus 9, 2x minus y plus 9 is equal to 0. ਇਹ ਸਾਡੇ ਕੋਲ ਇਕੁਏਸ਼ਨਸ ਦੋ ਦਿੱਤੀਆਂ ਹੋਈਆਂ, ਅਸੀਂ ਸਿੰਪਲ ਉਹੀ ਵੀ ਹੈ, ਪਹਿਲੀ ਇਕੁਏਸ਼ਨ ਇਕੁਏਸ਼ਨ ਨੰਬਰ 1, ਦੂਜੀ ਇਕੁਏਸ਼ਨ ਨੰਬਰ 2। ਇਹ ਦੋ ਇਕੁਏਸ਼ਨਸ ਨੂੰ ਹੁਣ ਅਸੀਂ ਕੀ ਕਰਾਂਗੇ, a1 ਦੀ ਵੈਲਿਊ, a2 ਦੀ ਵੈਲਿਊ, b1 ਦੀ ਵੈਲਿਊ, b2 ਦੀ ਵੈਲਿਊ, c1 ਦੀ ਵੈਲਿਊ, c2 ਦੀ ਵੈਲਿਊ, ਇਹ ਅਸੀਂ ਪਹਿਲਾਂ ਲੱਭਾਂਗੇ। ਇਕੁਏਸ਼ਨ ਨੰਬਰ 1 ਦੇ ਵਿੱਚ ਸਾਰਾ ਕੁਝ 1 1 1 ਹੁੰਦਾ ਹੈ। x ਨਾਲ ਲੱਗਿਆ ਹੋਇਆ a1, y ਨਾਲ ਲੱਗਿਆ ਹੋਇਆ b1, ਇਕੱਲਾ c1। और इक्वेशन नंबर 2 सारा कुछ 2 ਹੁੰਦਾ ਹੈ। x ਨਾਲ ਲੱਗਿਆ ਹੋਇਆ a2, y ਨਾਲ ਲੱਗਿਆ ਹੋਇਆ b2 और ਕੱਲਾ c2। ਹੁਣ ਅਸੀਂ ਕੀ ਕਰਨਾ ਹੈ, ਵੈਲਿਊਜ਼ ਫਾਈਂਡ ਕਰਨਾ। a1 ਬਟਾ a2, a1 ਬਟਾ a2, a1 ਬਟਾ a2 ਦੀ ਵੈਲਿਊ ਕੀ ਹੈ, a1 ਦੀ ਵੈਲਿਊ ਹੈ 6, a2 ਦੀ ਵੈਲਿਊ ਹੈ 2। x ਨਾਲ ਦੇਖੋ a1 ਦੀ ਵੈਲਿਊ ਹੈ 6, a2 ਦੀ ਵੈਲਿਊ ਹੈ 2, ਤਾਂ 6 upon 2 ਆਪਸ ਵਿੱਚ ਕਟਿੰਗ ਕੀਤਾ, 2 1s are 2, 2 3s are 6, ਤਾਂ ਇਹ ਆ ਗਿਆ 3 ਬਟਾ 1। a1 ਬਟਾ a2 ਦੀ ਵੈਲਿਊ ਆ ਗਈ 3 ਬਟਾ 1। ਐਵੇਂ b1 ਬਟਾ b2 ਦੀ ਵੈਲਿਊ, b1 ਦੀ ਵੈਲਿਊ ਹੈ -3। ਇਹ ਮਾਈਨਸ ਨਾਲ ਜ਼ਰੂਰ ਲੈਣਾ ਹੈ, ਬੱਚੇ ਇੱਥੇ ਮਿਸਟੇਕ ਕਰਦੇ ਆ, ਸਿਰਫ ਇੱਕ ਮਾਈਨਸ ਨਾ ਲੈਣ ਕਰਕੇ ਸਾਰਾ ਕੁਐਸਚਨ ਸਾਡਾ ਗਲਤ ਹੋ ਜਾਂਦਾ ਹੈ। ਤਾਂ ਸਾਈਨ ਜ਼ਰੂਰ ਲੈਣਾ। b1 ਦੀ ਵੈਲਿਊ ਹੈ -3, ਅੱਛਾ ਬਟਾ b2 ਦੀ ਵੈਲਿਊ, y ਨਾਲ ਕੀ ਲੱਗਿਆ ਹੋਇਆ, ਕੱਲਾ ਮਾਈਨਸ, ਇਹ ਮਾਈਨਸ ਨਹੀਂ ਹੈ, -1 ਹੈ, -1, -3 ਬਟਾ -1। ਹੁਣ ਇਹ ਮਾਈਨਸ ਨਾਲ ਮਾਈਨਸ ਕੱਟ ਦਾਂਗੇ। ਦੇਖੋ ਜੇ ਅਸੀਂ ਇੱਕ ਵੀ ਮਾਈਨਸ ਲੈਣਾ ਭੁੱਲ ਜਾਂਦੇ ਤਾਂ ਹੁੰਦਾ ਕਿ a1 ਬਟਾ a2 ਤੇ b1 ਬਟਾ b2 ਦੀ ਵੈਲਿਊ ਆਪਸ ਵਿੱਚ ਮੈਚ ਨਹੀਂ ਕਰਨੀ ਸੀ। ਹੁਣ ਦੇਖੋ b1 ਬਟਾ b2 ਦੀ ਵੈਲਿਊ ਕੀ ਹੈ, ਦੋਨੋਂ ਮਾਈਨਸ ਆਪਸ ਵਿੱਚ ਕੱਟ ਗਏ ਤਾਂ ਇਹ ਆ ਗਿਆ 3 ਬਟਾ 1। ਜਦੋਂ a1 ਬਟਾ a2 ਤੇ b1 ਬਟਾ b2 ਦੀ ਵੈਲਿਊ ਆਪਸ ਦੇ ਵਿੱਚ ਸੇਮ ਹੋ ਗਈ ਤਾਂ ਅਸੀਂ ਕੋਈ ਡਿਸੀਜਨ ਨਹੀਂ ਦੇ ਸਕਦੇ। ਸਾਨੂੰ ਕੀ ਕਰਨਾ ਪਏਗਾ, ਨੈਕਸਟ ਸਟੈਪ ਵੱਲ ਮੂਵ ਕਰਨਾ ਪਏਗਾ, ਔਰ ਉਹ ਸਟੈਪ ਕੀ ਹੈ, c1 ਬਟਾ c2, c1 ਬਟਾ c2 ਫਾਈਂਡ ਕਰਨਾ ਪਏਗਾ। ਉਹ ਕੀ ਹੈ, c1 ਦੀ ਵੈਲਿਊ ਹੈ 10 प्लस 10 बटा C2 ਦੀ ਵੈਲਿਊ ਕੀ ਹੈ +9। ਤਾਂ ਇਹਦੀ ਆਪਸ ਵਿੱਚ ਕੋਈ ਕਟਿੰਗ ਨਹੀਂ ਹੋ ਰਹੀ। a1 ਬਟਾ a2 ਕਲੀਅਰ ਹੈ, 3 ਬਟਾ 1 ਹੈ। ਹੁਣ ਅਸੀਂ ਲਿਖਦੇ ਹਾਂ a1 ਬਟਾ a2 ਦੀ ਵੈਲਿਊ ਕਿੰਨੀ ਹੈ, 3 ਬਟਾ 1। ਇਹ ਬਰਾਬਰ ਹੈ b1 ਬਟਾ b2 ਦੇ, ਉਹਦੀ ਵੈਲਿਊ ਵੀ ਕਿੰਨੀ ਹੈ, 3 ਬਟਾ 1। पर c1 बटा c2 ਦੀ ਵੈਲਿਊ ਜੋ ਹੈ 10 ਬਟਾ 9 ਹੈ, ਜਿਹੜੀ ਕਿ ਇਹਨਾਂ ਦੇ ਬਰਾਬਰ ਨਹੀਂ ਹੈ। ਤਾਂ c1 ਬਟਾ c2 ਦੇ ਇਹ ਬਰਾਬਰ ਨਹੀਂ ਹੈਗੀਆਂ। ਸੋ ਅਸੀਂ ਲਿਖ ਸਕਦੇ ਹਾਂ ਕਿ a1 ਬਟਾ a2 ਤੇ b1 ਬਟਾ b2 ਆਪਸ ਵਿੱਚ ਬਰਾਬਰ ਸੀ, ਪਰ c1 ਬਟਾ c2 ਦੇ ਬਰਾਬਰ ਨਹੀਂ ਸੀ। ਇਸ ਕਰਕੇ ਇਹ ਜੋ ਹੈ, ਇਹ ਰੇਖਾਵਾਂ ਕਿਹੜੀਆਂ ਨੇ, ਇਹ ਰੇਖਾਵਾਂ ਨੇ समांतर रेखावां ने। ਇਹ ਜੋ ਹੈ ਇਸ ਦਾ ਗ੍ਰਾਫ ਕੁਝ ਇਸ ਤਰੀਕੇ ਦਾ बनेगा, आपस में किसी भी लेवल पे जाके मैच नहीं करनगियां। एक होर ਅਸੀਂ एग्जांपल देख सकते हैं। नेक्स्ट ਜਿਹੜਾ है इसे टाइप ਦਾ क्वेश्चन है, सिंपल जो ਅਸੀਂ ਹੁਣ ਤੱਕ ਸਟੱਡੀ ਕੀਤਾ, ਅਸੀਂ ਤਿੰਨ ਚੀਜ਼ਾਂ ਸਟੱਡੀ ਕੀਤੀਆਂ ਨੇ, ਕਿਹੜੀਆਂ ਰੇਖਾਵਾਂ ਇੱਕ ਬਿੰਦੂ ਤੇ ਕੱਟਦੀਆਂ ਹਨ, ਕਿਹੜੀਆਂ ਸੰਪਾਤੀ ਹਨ ਤੇ ਕਿਹੜੀਆਂ ਸਮਾਂਤਰ ਹਨ। ਸੈਕਿੰਡ ਜਿਹੜਾ ਇਸ ਦਾ ਇੱਕ ਹੋਰ ਟਾਈਪ ਦਾ क्वेश्चन ਇਸੇ ਤਰ੍ਹਾਂ ਹੀ ਆ ਜਾਂਦਾ ਹੈ, ਉਹ ਇਹ ਪੁੱਛ ਲੈਂਦੇ ਨੇ कि a1 बटा a2, b1 बटा b2 ਤੇ c1 बटा c2 ਨੂੰ ਕੰਪੇਅਰ ਕਰਕੇ ਇਹ ਦੱਸੋ ਕਿ ਇਹ ਰੇਖਾਵਾਂ ਸੰਗਤ ਹਨ ਜਾਂ ਅਸੰਗਤ ਹਨ। ਹੁਣ ਸੰਗਤ ਤੇ ਅਸੰਗਤ ਇਹ ਬੜਾ ਸਿੰਪਲ ਕੁਐਸਚਨ ਹੈ। ਜੇ ਤੁਹਾਨੂੰ ਆਹ ਚੀਜ਼ ਸਮਝ ਆ ਗਈ ਤਾਂ ਅਸੀਂ ਇਹਦੇ ਨਾਲ ਹੀ ਇੱਥੇ ਅਸੀਂ ਲਿਖ ਦਾਂਗੇ ਕਿ ਕਿਹੜੀ ਸੰਗਤ ਹੈ ਤੇ ਕਿਹੜੀ ਅਸੰਗਤ ਹੈ। ਦੇਖੋ ਜਦੋਂ ਤਾਂ a1 बटा a2 ਤੇ b1 बटा b2 ਆਪਸ ਦੇ ਵਿੱਚ ਬਰਾਬਰ ਨਹੀਂ ਹੁੰਦੀਆਂ, ਇੱਕ ਬਿੰਦੂ ਤੇ ਕੱਟਦੀਆਂ ਹਨ, ਇਹਨਾਂ ਨੂੰ ਅਸੀਂ ਕਹਿ ਦਿੰਦੇ ਆ ਇਹ ਸੰਗਤ ਰੇਖਾਵਾਂ ਨੇ। ਠੀਕ ਹੈ ਜੀ। ਦੈਨ ਆ ਗਿਆ, ਜੇਕਰ a1 बटा a2 ਤੇ b1 बटा b2 ਆਪਸ ਵਿੱਚ ਬਰਾਬਰ ਨੇ ਤਾਂ ਅਸੀਂ c1 बटा c2 ਨਾਲ ਕੰਪੇਅਰ ਕਰਾਂਗੇ। क्योंकि इत्थे ਅਸੀਂ ਕੋਈ डिसीजन नहीं ਦਿੰਦੇ, ਅਸੀਂ ਅਗਲੇ ਸਟੈਪ ਤੇ ਚਲੇ ਜਾਂਦੇ ਹਾਂ। ਅਗਲੇ ਸਟੈਪ ਤੇ ਜਾ ਕੇ ਜੇਕਰ ਬਰਾਬਰ ਆ ਗਈਆਂ
ਤਾਂ ਸੰਪਾਤੀ ਹੁੰਦੀਆਂ ਰੇਖਾਵਾਂ, ਇਹ ਵੀ ਰੇਖਾਵਾਂ ਸੰਗਤ ਹੁੰਦੀਆਂ ਨੇ ਔਰ जेकर a1 बटा a2 ਤੇ b1 बटा b2 ਤੇ c1 बटा c2 ਇਹ ਦੋਨੋਂ ਪਹਿਲਾਂ ਆਪਸ ਬਰਾਬਰ ਸੀ ਪਰ ਤੀਸਰੇ ਲੈਵਲ ਤੇ ਜਾ ਕੇ ਬਰਾਬਰ ਨਹੀਂ ਹੋਈਆਂ ਤਾਂ ਇਹਨਾਂ ਨੂੰ ਅਸੀਂ ਕੀ ਕਹਿੰਦੇ ਆ, ਇਹ ਰੇਖਾਵਾਂ ਹੋ ਜਾਂਦੀਆਂ ਨੇ ਸਮਾਂਤਰ ਹੁੰਦੀਆਂ ਨੇ ਤੇ ਅਸੰਗਤ ਹੁੰਦੀਆਂ ਨੇ। ਅਸੰਗਤ ਤਿੰਨੋਂ ਇਹ ਰੇਖਾਵਾਂ ਆਪਸ ਵਿੱਚ ਅਸੰਗਤ ਹੋਣਗੀਆਂ। ਤਾਂ ਮੈਂ ਸਿੰਪਲੀ ਕੋਈ ਇਸ ਦੇ ਵਿੱਚ ਮੁਸ਼ਕਿਲ ਕੰਮ ਨਹੀਂ ਹੈ, ਇਸ ਨੂੰ ਮੈਂ ਲਿਖ ਸਕਦਾ ਕਿ ਜੇਕਰ ਇੱਕ ਬਿੰਦੂ ਤੇ ਕੱਟਦੀਆਂ ਹਨ ਤਾਂ ਇਹਨਾਂ ਨੂੰ ਮੈਂ ਲਿਖਦਾ ਕਿ ਇਹ ਹੋਣਗੀਆਂ ਸੰਗਤ, ਸੰਪਾਤੀ ਹਨ ਤਾਂ ਵੀ ਸੰਗਤ, ਤੇ ਜੇਕਰ ਸਮਾਂਤਰ ਹਨ ਤਾਂ ਅਸੰਗਤ। ਬਸ ਇੰਨਾ ਕੋ ਅਸੀਂ ਕੰਮ ਕਰਨਾ ਸੀ ਔਰ ਹੁਣ ਅਸੀਂ ਕੋਈ ਵੀ ਇਕੁਏਸ਼ਨ ਲੈ ਕੇ ਅਸੀਂ ਦੱਸ ਸਕਦੇ ਹਾਂ ਕਿ ਇਹ ਰੇਖਾਵਾਂ ਸੰਗਤ ਹਨ ਜਾਂ ਅਸੰਗਤ। ਅਸੀਂ ਸਿਰਫ ਇਹ ਚੈੱਕ ਕਰਨਾ ਹੈ कि ये रेखावां एक बिंदु ते कटदियां ने, संपाती ने या समांतर ने, सन पता लग गया तो इट मींस और संगत या असंगत ਅਸੀਂ डिसाइड करके दस सकते हैं। क्वेश्चन नंबर 3 ਦਾ फर्स्ट पार्ट 3x + 2y = 5, 3x + 2y = 5, 2x - 3y = 7, 2x - 3y = 7। पता करना है कि यह रेखावां संगत हैं या असंगत हैं। किवें पता लगेगा? a1 इनू ਆਪਾਂ ਲਿਖਾਂਗੇ ਇਕੁਏਸ਼ਨ ਨੰਬਰ 1, ਇਹਨੂੰ ਅਸੀਂ ਲਿਖਾਂਗੇ ਇਕੁਏਸ਼ਨ ਨੰਬਰ 2। ਇਕੁਏਸ਼ਨ ਨੰਬਰ 1 ਦੇ ਵਿੱਚ ਜਿਹੜੀ ਚੀਜ਼ x ਨਾਲ ਲੱਗੀ ਹੋਈ ਹੈ ਉਹ ਬਣ ਗਿਆ a1, y ਨਾਲ ਲੱਗਿਆ ਹੋਇਆ ਉਹ a2 b1 ਔਰ ਜਿਹੜਾ ਇਹ ਹੈ c1। ਇਸ ਨੂੰ ਹੋਰ ਸਿੰਪਲ ਅਸੀਂ ਕਰੀਏ ਜੇਕਰ ਤਾਂ ਅਸੀਂ ਕੀ ਕਰ ਸਕਦੇ ਹਾਂ, ਇਸ ਨੂੰ जो इज इक्वल टू 5 है इसनु मैं देखो 3x + 2y = 5 है तो ये +5 ਨੂੰ मैं इस पासे ले जाना, 3x + 2y ਇਹ -5 ਹੋ ਜਾਏਗਾ = 0। ਜਿਵੇਂ ਕਿ ਅਸੀਂ ਪਹਿਲੀਆਂ ਇਕੁਏਸ਼ਨਸ ਕਰਦੇ ਆ ਰਹੇ ਹਾਂ ਸਾਡੀ ਉਹ ਵੀ ਸਿੰਪਲ ਫਾਰਮ 'ਚ ਇਕੁਏਸ਼ਨ ਬਣ ਜਾਏਗੀ, ਉਧਰ ਅਸੀਂ 0 ਕਰ ਦਾਂਗੇ। ਤਾਂ ਮੈਂ ਕੀ ਕਰਦਾ, ਇਸ ਇਕੁਏਸ਼ਨ ਨੂੰ ਕੁਝ ਇਸ ਤਰ੍ਹਾਂ ਲਿਖ ਸਕਦਾ, ਉਹ ਜਿਹੜਾ +5 ਉਧਰ ਸੀ ਇੱਧਰ ਆ ਕੇ -5 = 0 करता, एवं ये +7 सी उधर इधर आके मैं की किया -7 = 0 करता। ये इक्वेशन नंबर 1 बन गई, ये इक्वेशन नंबर 2 बन गई। ये बड़ा सिंपल प्रोसेस है, ਅਸੀਂ ਪਹਿਲਾਂ ਪੜਿਆ ਹੋਇਆ ਛੋਟੀਆਂ ਕਲਾਸਾਂ ਦੇ ਵਿੱਚ ਕਿ ਕਿਵੇਂ ਜਿਹੜੀ ਟਰਮ ਉਧਰ ਪਲੱਸ ਚ ਪਈ ਹੈ ਇੱਧਰ ਆ ਕੇ ਮਾਈਨਸ ਹੋ ਜਾਂਦੀ ਹੈ ਔਰ ਜਿਹੜੀ ਉਧਰ ਮਾਈਨਸ ਚ ਪਈ ਹੈ ਇੱਧਰ ਆ ਕੇ ਉਹ ਪਲੱਸ ਹੋ ਜਾਂਦੀ ਹੈ। ਤਾਂ ਮੈਂ ਦੋ ਜਿਹੜੀਆਂ ਇਕੁਏਸ਼ਨਸ ਨੇ ਉਹਨਾਂ ਨੂੰ a1 ਦੀ ਵੈਲਿਊ ਲਿਖ ਲਈ, b1 ਦੀ ਵੈਲਿਊ ਲਿਖ ਲਈ ਔਰ c1 ਦੀ ਵੈਲਿਊ ਕੀ ਆਏਗੀ -5। ਐਵੇਂ ਹੀ ਇਕੁਏਸ਼ਨ ਨੰਬਰ 2 ਵਿੱਚ a2 ਦੀ ਵੈਲਿਊ, b2 ਦੀ ਵੈਲਿਊ, c2 ਦੀ ਵੈਲਿਊ ਇਹ ਸਾਨੂੰ ਪਤਾ ਲੱਗ ਗਿਆ। a1 b1 c1 a2 b2 c2। ਤਾਂ ਪਹਿਲੀ ਚੀਜ਼ ਨੂੰ ਪਤਾ ਕਰਨਾ ਹੈ ਕਿ ਇਹ ਰੇਖਾਵਾਂ ਸੰਗਤ ਹਨ ਜਾਂ ਅਸੰਗਤ ਹਨ। ਕਿਵੇਂ ਪਤਾ ਲੱਗੇਗਾ? a1 ਬਟਾ a2 ਦੀ ਵੈਲਿਊ ਕੀ ਹੈ? a1 ਦੀ ਵੈਲਿਊ ਹੈ 3 ਬਟਾ a2 ਦੀ ਵੈਲਿਊ ਹੈ 2। a1 बटा a2 की है 3 बटा 2। ओके, b1 बटा b2, b1 की वैल्यू है 2, b2 की वैल्यू है -3। a1 बटा a2 की वैल्यू है 3 बटा 2, कटिंग हो इस तो ਵੱਧ नहीं हो सकती, कितने नहीं जा सकते ऐसे और b1 बटा b2 की वैल्यू है 2 बटा -3। ਤਾਂ ਆਪਾਂ ਨੂੰ ਪਹਿਲੇ ਸਟੈਪ ਤੇ ਕਲੀਅਰ ਹੋ ਗਿਆ ਕਿ a1 ਬਟਾ a2 ਦੀ ਜੋ ਵੈਲਿਊ ਹੈ ਤੇ b1 ਬਟਾ b2 ਦੀ ਵੈਲਿਊ ਹੈ ਆਪਸ ਦੇ ਵਿੱਚ ਬਰਾਬਰ ਨਹੀਂ ਹੈ। ਤਾਂ ਜਦੋਂ ਦੋ ਵੈਲਿਊਜ਼ ਬਰਾਬਰ ਨਹੀਂ ਹੁੰਦੀਆਂ ਤਾਂ ਰੇਖਾਵਾਂ ਇੱਕ ਪੁਆਇੰਟ ਤੇ ਕੱਟਦੀਆਂ ਨੇ ਇੱਕ ਪੁਆਇੰਟ ਤੇ, ਤਾਂ ਅਸੀਂ ਕਹਿੰਦੇ ਹਾਂ ਕਿ ਉਹ ਕੀ ਨੇ? ਸੰਗਤ। ਜਦੋਂ ਇੱਕ ਬਿੰਦੂ ਤੇ ਰੇਖਾਵਾਂ ਕੱਟਦੀਆਂ ਹਨ ਉਹ ਕਿਹੜੀਆਂ ਹੁੰਦੀਆਂ ਨੇ? ਸੰਗਤ। these are ਸੰਗਤ, ਇਹਨਾਂ ਨੂੰ ਅਸੀਂ ਕਹਿੰਦੇ ਹਾਂ ਸੰਗਤ ਰੇਖਾਵਾਂ। एक होर ਅਸੀਂ ਸੈਕੰਡ ਪਾਰਟ ਇਸ ਦਾ ਕਰਦੇ ਹਾਂ। थर्ड क्वेश्चन ਦਾ ਸੈਕੰਡ ਪਾਰਟ 2x - 3y = 8, 2x - 3y = 8 and 4x - 6y = 9, 4x - 6y = 9। ਤਾਂ ਪਹਿਲਾਂ ਮੈਂ ਕੀ ਕਰੂੰਗਾ, ਇਹਨੂੰ ਸਿੰਪਲ ਫਾਰਮ ਚ ਲਿਖੂੰਗਾ ਕਿ ਜਿਹੜਾ ਬਰਾਬਰ ਹੈ 8 ਉਧਰ ਪਿਆ ਹੈ, ਇਹ +8 ਨੂੰ ਮੈਂ ਇੱਧਰ ਲੈ ਆਉਂਗਾ। ਮੈਂ ਦੁਬਾਰਾ ਲਿਖ ਦੇਣਾ 2x - 3y, ਇਹ ਜਿਹੜਾ 8 ਉਧਰ ਪਿਆ ਸੀ ਉਹ ਇੱਧਰ ਆ ਕੇ -8 ਹੋ ਜਾਏਗਾ, ਉਧਰ ਕੀ ਹੋ ਜਾਏਗਾ 0।
इक्वेशन नंबर 1 बना देना मैं। इक्वेशन नंबर 2 आ 9 उधर प्लस का पे इधर आके माइनस का हो जाएगा 4x minus 6y ए minus 9 is equal to 0 ए इक्वेशन नंबर 2 बन गई। ਹੁਣ ਕੀ ਕਰਾਂਗੇ ਅਸੀਂ a1 ਦੀ ਵੈਲਿਊ b1 ਦੀ ਵੈਲਿਊ ਤੇ c1 ਦੀ ਵੈਲਿਊ ਇਹ ਪਈਆਂ ਸਾਡੇ ਕੋਲੇ ਐ ਵੀ a2 ਦੀ ਵੈਲਿਊ b2 ਦੀ ਵੈਲਿਊ c2 ਦੀ ਵੈਲਿਊ ਸਾਡੇ ਕੋਲੇ ਇਹ ਪਈਆਂ। ਹੁਣ ਅਗਲਾ ਸਟੈਪ ਕੀ ਹੈ ਅਸੀਂ ਕੀ ਕਰਨਾ ਹੈ ਅਸੀਂ ਕੰਪੈਰੀਜ਼ਨ ਕਰਨਾ ਹੈ a1 ਬਟਾ a2 a1 ਬਟਾ a2 ਇਹਦੀ ਵੈਲਿਊ ਕੀ ਹੁੰਦੀ ਹੈ a1 ਦੀ ਵੈਲਿਊ ਹੁੰਦੀ ਹੈ ਜੋ ਹੈ ਉਹ ਹੈ 2 बटा a2 की वैल्यू जो दी हुई है वो है 4 तो आपस से कटिंग की 2 एकम 2 2 दूनी 4 1 बटा 2 a1 बटा a2 की वैल्यू आ गई 1 बटा 2 देन आ गई b1 बटा b2 की वैल्यू b1 बटा b2 की वैल्यू b1 की वैल्यू है -3 ये ध्यान रखना माइनस और b2 की वैल्यू है -6 -3 अपॉन -6 माइनस नाल माइनस कटिंग 3 1s 3 2s तो वैल्यू आ गई 1/2 a1 बटा a2 की वैल्यू भी 1/2 आ गई b1 बटा b2 की वैल्यू भी 1/2 आ गई तो अपन ये चीज क्लियर होगी कि सानू जो पहलियां दो वैल्यूज सेम आ जाती हैं तो सानू थर्ड स्टेप पे जाना पैंदा है तो सानू की करना पड़ेगा हुन c1 बटा c2 की वैल्यू फाइंड करनी पड़ेगी c1 की वैल्यू है -8 डिवाइडेड बाय c2 की वैल्यू है -9 माइनस नाल माइनस की कटिंग और कोई कटिंग नहीं हो रही अपने को तो ये आ गया 8/9 हुन देखो a1 बटा a2 ते b1 बटा b2 आपस से बराबर ने ਅਸੀਂ ਦਿੱਤਾ कि a1 बटा a2 बराबर है b1 बटा b2 पर यह c1 बटा c2 ਦੇ बराबर नहीं क्योंकि ਇਹਦੀ वैल्यू कुछ और है ये दोनों वैल्यूज बराबर सी ਇਹਦੀ वैल्यू कुछ और है ਤਾਂ ਜਦੋਂ ਇਹ ਤੀਸਰੀ ਰੇਸ਼ੋ ਦੇ ਬਰਾਬਰ ਨਹੀਂ ਤਾਂ ਇਟ ਮੀਨਸ ਇਹ ਕਿਹੜੀ ਇਹ ਰੇਖਾਵਾਂ ਕਿਹੜੀਆਂ ਬਣ ਗਈਆਂ ਅਸੰਗਤ ਇਹ ਕਿਹੜੀਆਂ ਨੇ ਅਸੰਗਤ ਰੇਖਾਵਾਂ ਦਾ ਜੋੜਾ ਹੈ a1 ਬਟਾ a2 ਤੇ b1 ਬਟਾ b2 ਆਪਸ ਵਿੱਚ ਬਰਾਬਰ ਹੋਣ ਪਰ c1 ਬਟਾ c2 ਦੇ ਬਰਾਬਰ ਨਾ ਹੋਣ ਇਹ ਬਣ ਜਾਂਦੀਆਂ ਨੇ ਅਸੰਗਤ ਰੇਖਾਵਾਂ।